वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। आओ गुरु प्यारी सत्संगत जीओ, संगत रूप दे विच जुड़ के सतगुरां दी बाणी दी विचार करिए, सतगुरां दे उपदेश नूं समझीए मनीए, कमाउण दी कोशिश करिए। आपां विचार रहे हाँ सूही राग दे विच। कल विचारी सी, परसों आपां विचारदे सी महल्ले पंजवें दी बाणी। अज आपां शुरू करांगे महल्ले पहले दी बाणी अष्टपदियां। राग सूही अष्टपदियां महला पहला कर पहला। अष्टपदियां अठ पदियां दी बाणी है। एक शब्द दे विच अठ पदे। तो पहला आपां विचारे हाँ दो पदे, चार पदे, पांच पदे। इहदा जिहड़ी ये बाणी है अष्टपदे अठ पदियां दी बाणी है। एक ओंकार सतगुर प्रसाद। सतगुर की कृपा सदका एक जो ओंकार है, जो वाहिगुरू है, निरंकार है, उसका ज्ञान प्राप्त होता है। रहो पंक्तियां ने शब्दियां। नाम है रूप ना बंके नैना। एक कामन दे रूप दे विच, कामन दे तौर ते एक स्त्री दे द्वारा ये जो है शब्द उचारिया जा रहा है, क्योंकि परमेश्वर पुरख है ते आपां सारे ही कामन हाँ। साडा मन इत्थे नार है ते परमेश्वर पुरख है। इत्थे इस करके जिहड़ी उदाहरण दिती है एक औरत दी ते एक परमेश्वर दी पुरख दी। ना मैं रूप ना बंके नैना, कि ना तो मेरे कोल कोई सोहना रूप है, ना मेरे कोल सोने ओ नेत्र ने, ना मेरी कोई ऊंची कुल है, ना कुल ढंग, ना मीठे बहना, ना मेरे बचन ही कोई बहुते मीठे हैं, ना मेरे कोई बचन ही सुरीले हैं, ना मेरी कोई ऊंची कुल है, ना मेरा सोना रूप है, ते ना ही मेरे सोने नैने। रहो पंक्तियां शब्दियां, सारा शब्द आप विचारांगे फिर सानू। सब अवगुण मैं गुण नहीं कोई, कि मेरा कोई सोना रूप नहीं है, मेरे सोने नेत्र भी नहीं हैं, मेरे को सोने बचन भी नहीं हैं, बोल भी मेरे सोने नहीं मिठे नहीं हैं, ते ना मेरी कोई कुल है चंगी, ना मेरे को सब अवगुण मैं गुण नहीं कोई। फिर मेरे च गुण भी कोई नहीं है, सब अवगुण ही अवगुण हैं। क्यों कर कंत मिलावा हुई। फिर मेरा उस कंत प्रभु दे नाल, परमेश्वर दे नाल किवें मिलावा होवे। कुछ भी मेरे को है नहीं है, मेरे गुण भी कोई नहीं, मेरा सोना रूप भी नहीं, मेरे सोने नेत्र भी नहीं, मेरी कोई ऊंची कुल नहीं है, मेरे को वचन भी वधिया नहीं है, गुण भी कोई नहीं है। फिर किवें उस प्रभु दे नाल मेरा मिलाप होवे, उस कंत दे नाल मेरा मिलाप होवे। हुण समझाउंदे ने सहज सिगार कामन कर आवे, कि प्रभु नूं की पाउंदा है।
ਨਾ ਤਾਂ ਸਾਡੇ ਇਹ ਸ਼ਕਲ ਦੇਖਦਾ ਹੈ ਪਰਮੇਸ਼ਰ, ਨਾ ਉਸਨੇ ਸਾਡੇ ਇਹ ਅੱਖਾਂ ਦੇਖਣੀਆਂ ਨੇ, ਨਾ ਹੀ ਉਸਨੇ ਸਾਡੀ ਕੋਈ ਕੁੱਲ ਦੇਖਣੀ ਹੁੰਦੀ ਹੈ, ਨਾ ਹੀ ਉਸਨੇ ਸਾਡੇ ਬਚਨ ਦੇਖਣੇ ਹੁੰਦੇ ਨੇ, ਸਾਡੀ ਆਵਾਜ਼ ਦੇਖਣੀ ਹੁੰਦੀ ਹੈ। ਉਸਨੂੰ ਕੀ ਪਾਉਂਦਾ ਹੈ? ਸਹਿਜ ਦਾ ਸ਼ਿੰਗਾਰ। ਚੌਥਾ ਪਦ, ਚੌਥੇ ਪਦ ਚ ਕੀ ਹੈ? ਨਾਮ। ਉਹ ਸ਼ਿੰਗਾਰ ਜਦੋਂ ਅਸੀਂ ਕਰਾਂਗੇ ਸਹਿਜਤਾ, ਫਿਰ ਜਾ ਕੇ ਮਨ ਉਸ ਪਰਮੇਸ਼ਰ ਨੂੰ ਪਾਉਂਦਾ ਹੈ। ਸਹਿਜ ਸ਼ਿੰਗਾਰ ਕਾਮਨ ਕਾ ਆਵੇ। ਜਿਸ ਤਰ੍ਹਾਂ ਕੋਈ ਕਾਮਨ ਇਸਤਰੀ ਸ਼ਿੰਗਾਰ ਕਰਦੀ ਹੈ ਆਪਣੇ ਪਤੀ ਨੂੰ ਪਾਉਣ ਦੇ ਵਾਸਤੇ, ਇੱਥੇ ਸਾਡੇ ਮਨ ਦਾ ਸ਼ਿੰਗਾਰ ਹੁੰਦਾ ਹੈ ਪਰਮੇਸ਼ਰ ਨੂੰ ਪਾਉਣ ਦੇ ਵਾਸਤੇ, ਕਿ ਪਰਮੇਸ਼ਰ ਨੂੰ ਪਾ ਜਾਈਏ। ਉਹ ਹੈ ਸਹਿਜ ਦਾ ਸ਼ਿੰਗਾਰ। ਤਾਂ ਸੁਹਾਗਣ ਜਾ ਕੰਤੇ ਪਾਵੇ। ਕਹਿੰਦੇ ਐਸਾ ਸ਼ਿੰਗਾਰ ਕਰਾਵੇ ਸਹਿਜਤਾ, ਤੇ ਉਸ ਕੰਤ ਪਰਮੇਸ਼ਰ ਨੂੰ ਪਾ ਜਾਵੇ, ਫਿਰ ਪਰਮੇਸ਼ਰ ਦੀ ਉਹ ਸੁਹਾਗਣ ਬਣ ਜਾਂਦੀ ਹੈ। ਫਿਰ ਪਰਮੇਸ਼ਰ ਸਾਡਾ ਮਨ, ਸਾਡੀ ਸੁਰਤੀ ਨਾਰ ਬਣਦੀ ਹੈ, ਤੇ ਪਰਮੇਸ਼ਰ ਸਾਡਾ ਕੰਤ ਬਣ ਜਾਂਦਾ ਹੈ। ਤੇ ਕਿਹੋ ਜਿਹਾ ਹੈ ਪਰਮੇਸ਼ਰ ਜੀ ਨੇ ਸਾਡਾ ਕੰਤ ਬਣਨਾ ਹੈ? ਨਾ ਤਿਸ ਰੂਪ ਨਾ ਰੇਖਿਆ ਕਾਈ। ਉਸ ਪਰਮੇਸ਼ਰ ਦਾ ਵੀ ਕੋਈ ਰੂਪ ਨਹੀਂ ਹੈ, ਉਸ ਦੀ ਵੀ ਕੋਈ ਰੇਖਿਆ ਨਹੀਂ ਹੈ, ਉਸ ਦੀ ਵੀ ਕੋਈ ਸਰੀਰ ਨਹੀਂ ਹੈ, ਉਸ ਦੀ ਕੋਈ ਕੁਲ ਨਹੀਂ ਹੈ, ਉਸ ਦੀ ਕੋਈ ਜਾਤ ਨਹੀਂ ਹੈ। ਅੰਤ ਨਾ ਸਾਹਿਬ ਸਿਮਰਿਆ ਜਾਈ। ਇਸ ਕਰਕੇ ਉਹ ਪਰਮੇਸ਼ਰ ਜਿਹੜਾ ਹੈ ਉਸਨੂੰ ਸਿਮਰਿਆ ਏਦਾਂ ਨਹੀਂ ਜਾਂਦਾ, ਕਿਉਂਕਿ ਉਹ ਵੀ ਜਦ ਤੱਕ ਸਾਨੂੰ ਜਨਾਉਂਦਾ ਨਹੀਂ, ਜਿਸ ਦਾ ਕੋਈ ਅੰਤ ਨਹੀਂ, ਜਿਸ ਦਾ ਕੋਈ ਪਾਰਾਵਾਰ ਨਹੀਂ ਹੈ, ਉਹ ਏਦਾਂ ਨਹੀਂ ਸਿਮਰਿਆ ਜਾਂਦਾ। ਸੁਰਤ ਮਤ ਨਾ ਹੀ ਚਤੁਰਾਈ। ਸੁਰਤੀ ਆਪਣੀ ਮਤ ਦੁਆਰਾ, ਆਪਣੀ ਸਿਆਣਪ ਦੁਆਰਾ ਵੀ ਪਰਮੇਸ਼ਰ ਨਹੀਂ ਮਿਲਦਾ। ਕਰ ਕਿਰਪਾ ਪ੍ਰਭ ਲਾਭ ਉਪਾਈ। ਹਾਂ, ਪ੍ਰਭੂ ਹੀ ਕਿਰਪਾ ਕਰਦਾ ਹੈ ਜੇ, ਫਿਰ ਉਹ ਸਾਨੂੰ ਆਪਣੇ ਚਰਨਾਂ ਨਾਲ ਜੋੜ ਲੈਂਦਾ ਹੈ, ਉਹ ਸਾਨੂੰ ਆਪਣੇ ਬਣਾ ਲੈਂਦਾ ਹੈ। ਪਰ ਉਹ ਪਰਮੇਸ਼ਰ ਜਿਹੜਾ ਹੈ ਉਹ ਬੇਅੰਤ ਹੈ, ਉਸਦੀ ਕੋਈ ਰੂਪ ਨਹੀਂ ਹੈ, ਰੇਖ ਨਹੀਂ ਹੈ। ਉਸਨੂੰ ਆਪਣੀ ਮਤ, ਆਪਣੀ ਸਿਆਣਪ ਦੁਆਰਾ ਸਿਮਰਿਆ ਨਹੀਂ ਜਾਂਦਾ। ਆਪ ਕਿਰਪਾ ਕਰਦਾ ਹੈ, ਫਿਰ ਸਾਨੂੰ ਆਪਣੇ ਚਰਨਾਂ ਨਾਲ ਜੋੜ ਲੈਂਦਾ ਹੈ, ਫਿਰ ਸਾਨੂੰ ਆਪਣੇ ਬਣਾ ਲੈਂਦਾ ਹੈ। ਖਰੀ ਸਿਆਣੀ ਕੰਤ ਨਾ ਪਾਣੀ। ਜੇ ਕੋਈ ਆਪਣੇ ਆਪ ਨੂੰ ਬੜੀ ਸਿਆਣੀ ਬਣਦੀ ਹੈ, ਬੜੀ ਸਮਝਦਾਰ ਸਮਝਦੀ ਹੈ, ਔਰਤ ਉਸ ਨੂੰ ਨਹੀਂ ਪਾਉਂਦੀ, ਕਿਉਂਕਿ ਜਿਹਦੇ ਕੋਲ ਆਪਣੀ ਸਿਆਣਪ ਹੈ, ਜਿਹੜਾ ਆਪਣੀ ਮਤ ਵਰਤਦੀ ਹੈ, ਜੇ ਆਪਾਂ ਆਪਣੇ ਆਪ ਨੂੰ ਗਿਆਨਵਾਨ ਸਮਝਦੇ ਹਾਂ, ਆਪਣੇ ਆਪ ਨੂੰ ਬੜਾ ਸਮਝਦਾਰ ਸਮਝਦੇ ਹਾਂ, ਸਿਆਣਾ ਸਮਝਦੇ ਹਾਂ, ਪ੍ਰਭੂ ਨੂੰ ਨਹੀਂ ਪਾਉਂਦਾ। ਮਾਇਆ ਲਾਗੀ ਪਰਮ ਭੁਲਾਣੀ, ਕਿਉਂਕਿ ਉਹ ਮਾਇਆ ਦੇ ਵਿੱਚ ਫਸੀ ਹੈ। ਉਸਨੂੰ ਗਿਆਨ ਹੈ ਸੰਸਾਰੀ ਆਖਰੀ, ਉਹ ਸਾਰਾ ਕੀ ਹੈ? ਮਾਇਆ। ਉਸਨੂੰ ਭਰਮ ਪੈ ਜਾਂਦਾ ਕਿ ਮੈਂ ਬੜੀ ਗਿਆਨਵਾਨ ਹਾਂ, ਮੈਂ ਬੜੀ ਸਮਝਦਾਰ ਹਾਂ, ਸਿਆਣੀ ਹਾਂ। ਤੇ ਐਸੇ ਜੀਵ ਜਿਹੜੇ ਮਤਲਬ ਕਹਿੰਦੇ ਉਹ ਪ੍ਰਭੂ ਨੂੰ ਨਹੀਂ ਪਾਉਂਦੇ। ਹਉਮੈ ਜਾਈ ਤਾਂ ਕੰਤ ਸਮਾਈ। ਜਦੋਂ ਮਨ ਦੀ ਹਉਮੈ ਖਤਮ ਹੋਏਗੀ, ਫਿਰ ਉਸ ਪਰਮੇਸ਼ਰ ਦੇ ਵਿੱਚ ਸਮਾਇਆ ਜਾਂਦਾ ਹੈ, ਫਿਰ ਅਸੀਂ ਉਸਦੇ ਹੋ ਜਾਂਦੇ ਹਾਂ। ਉਹ ਸਾਡਾ ਹੋ ਜਾਂਦਾ, ਅਸੀਂ ਉਸਦੇ ਹੋ ਜਾਂਦੇ, ਇੱਕ ਹੋ ਜਾਂਦੇ ਹਾਂ। ਪਰ ਜਦੋਂ ਹਉਮੈ ਖਤਮ ਹੋਈ, ਹਉਮੈ ਕਰਕੇ ਜਿਹੜਾ ਹਉਮੈ ਰੂਪ ਆ ਸਾਡਾ, ਇਹ ਪਰਮੇਸ਼ਰ ਨੂੰ ਨਹੀਂ ਪਾਉਂਦਾ। ਅਸੀਂ ਕਿੰਨੇ ਹੀ ਸੋਹਣੇ ਹੋਈਏ, ਕਿਉਂਕਿ ਪ੍ਰਭੂ ਨੂੰ ਕੀ ਪਾਉਂਦਾ ਹੈ? ਸਾਡੀ ਜੋਤ। ਰੂਪਵੰਤ ਹੋਏ ਨਾਹੀ ਮੋਹ ਹੈ, ਪ੍ਰਭ ਕੀ ਜੋਤ ਸਗਲ ਘਟ ਸੋ ਹੈ। ਰੂਪਵੰਤ ਹੋ ਕੇ ਅਸੀਂ ਕਈ ਬੜੇ ਸੁੰਦਰ ਹਾਂ, ਪ੍ਰਭੂ ਨੂੰ ਮੋਹ ਲਵਾਂਗੇ ਆਪਣੇ ਪਿਆਰ ਦੇ ਵਿੱਚ? ਨਹੀਂ।
उसनूं की पाउंदा है? साडी जोत। जिहड़ी जोत हौमे नाल अस्थूल हो चुकी है, उस जोत ने हौमे नूं खत्म होने दे नाल प्रकाश रूप होना, जोत स्वरूप होना है। उस मन ने जोत स्वरूप होना जिहड़ा अस्थूल हो चुका है। जदों मन जोत स्वरूप हो जाता है, फिर उस प्रभु नूं पाउंदा है। तो कामन प्यारे नव नित पाई। तां फिर जाके वो कामन उस प्यारे नूं प्राप्त कर लेंदी है। उसनूं ही नहीं पाउंदी, उस तो खजाना भी प्राप्त कर लेंदी है। नव नित नाम दा खजाना भी प्राप्त कर लेंदी। जिवें आपां देखते हाँ साडे घर दे विच कोई असीं ब्याह के लैके आउंदे हाँ, घर दे विच वोटी आउंदी है, वो घर दी मालक नहीं हुंदी है। उस आपां आई नूं घर दीयां सारियां चीज़ां सौंप देंदे हाँ। इदां ही जदों परमेश्वर सानूं अपने बना लैंदा है, सानूं अपने घर दा खजाना सौंप दिंदा, नौ नित नाम दा खजाना बख्शिश कर दिंदा है। पर जदों साडी हौमे खत्म हो जाएगी, जितने अंदर हौमे है उसनूं नहीं पाउंदे। अनेक जन्म बिशरत दुख पाया, कर गए ले हो प्रीतम प्रभ राया। बड़े दुख पाए कहंदे पहला, एक जन्म नहीं युगां तो चले आ रहे हैं, बिछड़े हुए सी दुख पाया। फिर जदों साडी हौमे खत्म हो जाती है, फिर सानू अपने बना लैंदा है। क्योंकि असीं जदों पहले ही सवाल किया है कि किवें उसनूं पाइए, किवें उस नाल साडा मिलाप होवे रोह पंक्तियां दे विच। फिर सानू समझाया जे हौमे खत्म होएगी, फिर साडा मिलाप होंदा है। असीं जदों मंगदे हाँ, लोचदे हाँ कि किवें उस परमेश्वर नूं पाया जावे, क्योंकि अनेकां जन्मां तो विछड़े होए हाँ। बेनती करदे उस प्रभु दे चरनां दे विच, हे प्रभु, हे परमेश्वर, सानू भी अपने बना लो। पनत नानक सो हैप्पी होसी। फिर सतगुरु समझाउंदे ने, बेनती करते ने कि प्रभु परमेश्वर जिहड़ा है, जिहड़ा साडा सौ है, कंत है, वो अज भी है, पहला भी सी ते अगे नूं भी सदा ही रहण वाला है। जे भावै प्यारा तैरावे सी। जदों उसनूं पा जांदे, उस प्यारे नूं पा जांदे हाँ, वो प्यारा सानू पाउंदा है, असीं उसनूं पाउंदे हाँ। फिर सा के सानू वो राबदा है, फिर असीं इक हो जांदे, एक रूप हो जांदे हाँ। सानू अपने च समा लैंदा है। फिर ही सानू धन कहा है ते प्रभु नूं कंत कहा है। इस करके समझाया है कि वो प्यारे नूं असीं पा जाइए, उस आद तो है, जुगां तो है, वही फिर सानू अपने बनाउंदा है। फिर आपां नूं उस नूं रबदे हाँ, वो साडा हो जांदा, असीं उसदे हो जांदे हाँ। जे लोचदे हाँ, हौमे नूं छड्डदे हाँ। अगला शब्द फिर सूही महला पहला कर नौमा। सूही राग दे विच महले पहले दा शब्द है, कर नौमा है। एक ओंकार सतगुर प्रसाद। सतगुर दी कृपा सदका ही एक ही वो ज्ञान है, वही सानू फिर प्राप्त हुंदा है सतगुर दी कृपा सदका। सतगुर साडे सारिਆਂ च वसदा है, जिस ते दया करदा उसनूं अपना ज्ञान करवा दिंदा है, अपने जनां द्वारा अपना ज्ञान करवाउंदा है। नौ पंक्तियां ने शब्द दियां। रंगे का क्या रंगी है, जो रत्ते रंग लाए जियो। रंगन वाला से भी है, सच्चे सो चित लाए जियो। समझाउंदे ने भी जो रंगिया होया है, उसनूं फिर की रंग चाढ़न दी लोड़ है।
ਜਿਹੜੇ ਉਹਦੇ ਵਿੱਚ ਰੱਤੇ ਨੇ, ਜਿਨ੍ਹਾਂ ਨੇ ਉਸ ਨੂੰ ਰੰਗ ਚੜ ਗਿਆ ਹੈ ਉਸ ਪ੍ਰਭੂ ਦਾ, ਉਹ ਇੱਕ ਵਾਰੀ ਰੰਗੇ ਗਏ, ਕਿਉਂਕਿ ਉਹ ਰੰਗ ਕੈਸਾ ਹੈ? ਮਜੀਠ ਦਾ, ਜਿਹੜਾ ਉਤਰਦਾ ਨਹੀਂ। ਇੱਕ ਵਾਰੀ ਚੜ ਗਿਆ ਮਨ ਨੂੰ, ਉਤਰਦਾ ਨਹੀਂ ਹੈ। ਕਹਿੰਦੇ ਕੀ ਕਰੀਏ ਫਿਰ? ਰੰਗਣ ਵਾਲਾ ਸੇਵੀਆ, ਸੱਚੇ ਸੋ ਚਿਤ ਲਾਇ। ਫਿਰ ਜਿਸ ਨੇ ਸਾਨੂੰ ਆਪਣਾ ਰੰਗ ਚਾੜ ਦਿੱਤਾ, ਜੋ ਰੰਗ ਸੰਸਾਰ ਚੋਂ ਨਹੀਂ ਮਿਲਦਾ, ਅਸੀਂ ਉਸ ਦੀ ਸੇਵਾ ਕਰਨੀ ਹੈ। ਸੇਵਾ ਕੀ? ਉਸ ਨਾਲ ਪ੍ਰੇਮ ਕਰਨਾ ਹੈ, ਉਸ ਦੀ ਸਿਫਤ ਸਲਾਹ ਕਰਨੀ ਹੈ, ਉਸ ਦੇ ਨਾਲ ਚਿੱਤ ਨੂੰ ਜੋੜਨਾ ਹੈ, ਜਿਹਨੇ ਸਾਨੂੰ ਨਾਮ ਦੇ ਰੰਗ ਦੇ ਵਿੱਚ ਰੰਗ ਲਿਆ ਹੈ। ਕਿਉਂਕਿ ਜਦ ਤੱਕ ਸਾਨੂੰ ਨਾਮ ਦਾ ਰੰਗ ਨਹੀਂ ਚੜ੍ਹਦਾ, ਨਾਮ ਦਾ ਰੰਗ ਕਦੋਂ ਚੜ੍ਹਦਾ? ਜਦ ਮਨ ਹਉਮੈ ਤੋਂ ਰਹਿਤ ਹੁੰਦਾ ਹੈ। ਜਦੋਂ ਹਉਮੈ ਦੀ ਮੈਲ ਉਤਰ ਜਾਂਦੀ ਹੈ, ਨਾਮ ਦਾ ਰੰਗ ਚੜ੍ਹ ਜਾਂਦਾ। ਕਿਉਂਕਿ ਨਾਮ ਤੇ ਹਉਮੈ ਇਕੱਠੇ ਨਹੀਂ ਰਹਿ ਸਕਦੇ। ਜੇ ਹਉਮੈ ਹੈ, ਨਾਮ ਨਹੀਂ ਹੈ। ਜਦੋਂ ਨਾਮ ਮਨ 'ਚ ਵਸ ਗਿਆ, ਹਉਮੈ ਖਤਮ ਹੋ ਜਾਂਦੀ ਹੈ। ਜਿਵੇਂ ਅੰਧੇਰਾ ਹੈ ਤੇ ਚਾਨਣ ਹੈ, ਚਾਨਣ ਹੋ ਜਾਂਦਾ, ਅੰਧੇਰਾ ਖਤਮ ਹੋ ਜਾਂਦਾ ਹੈ। ਕਮਰੇ 'ਚ ਆਪਾਂ ਲਾਈਟ ਜਗਾ ਲੈਂਦੇ, ਅੰਧੇਰਾ ਖਤਮ ਹੋ ਜਾਂਦਾ ਹੈ। ਲਾਈਟ ਬੰਦ ਕਰ ਦਿੰਦੇ, ਅੰਧੇਰਾ ਆ ਜਾਂਦਾ ਹੈ। ਏਦਾਂ ਹੀ ਹਉਮੈ ਤੇ ਨਾਮ ਵਿਰੋਧੀ ਨੇ, ਆਪਸ ਦੇ ਵਿੱਚ ਇਕੱਠੇ ਨਹੀਂ ਰਹਿੰਦੇ। ਫਿਰ ਅਸੀਂ ਉਸ ਨੂੰ ਚਿੱਤ ਜੋੜਨਾ ਹੈ ਪ੍ਰਭੂ ਦੇ ਨਾਲ, ਕਿਉਂਕਿ ਰੰਗਣ ਵਾਲਾ ਪਰਮੇਸ਼ਰ ਹੈ, ਜਿਹਨੂੰ ਆਪਾਂ ਪੜ੍ਹਦੇ ਵੀ ਹਾਂ। ਕਾਇਆ ਰੰਗਣ ਜੇਥੀਏ ਪਿਆਰੇ, ਪਾਈਐ ਨੌ ਮਜੀਠ। ਰੰਗਣ ਵਾਲਾ ਜੇ ਰੰਗਾ ਸਾਹਿਬ, ਐਸਾ ਰੰਗ ਨਾ ਡੀਠ। ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੇ ਪਾਸ। ਧੂੜ ਤੇ ਨਾ ਕੀਜੇ ਮਿਲੇ ਜੀ, ਕਹੋ ਨਾਨਕ ਕੀ ਅਰਦਾਸ। ਆਪੇ ਸਾਜੇ ਆਪੇ ਰੰਗੇ, ਆਪੇ ਨਦਰ ਕਰੇ। ਨਾਨਕ ਕਾਮਨ ਕੰਤ ਭਾਵੈ, ਆਪੇ ਹੀ ਰਾਵੇ। ਜਿਹਨੂੰ ਪਾ ਜਾਂਦਾ ਹੈ, ਉਸ ਨੂੰ, ਉਸ ਦੀ ਫਿਰ ਸੇਵਾ ਕਰਨੀ ਹੈ, ਉਸ ਨਾਲ ਪ੍ਰੇਮ ਕਰਨਾ ਹੈ, ਉਸ ਦੀ ਸਿਫਤ ਸਲਾਹ ਕਰਨੀ ਹੈ। ਇਹੋ ਪੰਕਤੀਆਂ ਨੇ। ਕੱਚਾ ਰੰਗ ਕੁਸੁੰਭ ਕਾ, ਥੋੜ ਲਿਆਂ ਦਿਨ ਚਾਰ ਜੀਓ। ਇਹ ਜਿਹੜਾ ਮਾਇਆ ਦਾ ਰੰਗ ਹੈ, ਮਾਇਆ ਕਿੱਥੋਂ ਹੈ? ਸਰੀਰ ਤੋਂ ਸ਼ੁਰੂ ਹੁੰਦੀ ਹੈ। ਇਹ ਜਿਹੜਾ ਆਪਣਾ ਤਨ ਹੈ, ਇਹ ਵੀ ਥੋੜੇ ਦਿਨਾਂ ਦਾ ਹੀ ਹੁੰਦਾ ਹੈ। ਮਾਇਆ ਦਾ ਰੰਗ ਜਿਹੜਾ ਹੈ, ਥੋੜੇ ਦਿਨ ਦਾ ਹੁੰਦਾ ਹੈ। ਕੱਚਾ ਰੰਗ ਹੈ, ਉਤਰ ਜਾਣਾ ਹੈ। ਕੱਚਾ ਰੰਗ ਕੁਸੁੰਭ ਦਾ, ਕੁਸੁੰਭ ਦਾ ਰੰਗ ਹੈ। ਹੁਣ ਤਾਂ ਦੇਖੀ ਨਹੀਂ ਕਿ ਅੱਗੇ ਹੁੰਦੀ ਹੋਣੀ ਕਿਸੇ ਨੇ, ਖੇਤਾਂ 'ਚ ਹੋਇਆ ਕਰਦੇ ਸੀ। ਫੁੱਲ ਚਿੱਟੇ ਹੁੰਦੇ ਸੀ, ਉਹਨਾਂ ਨੂੰ ਉੱਤੇ ਇੱਕ ਗੁਲਾਬੀ ਜਿਹਾ ਰੰਗ ਹੁੰਦਾ ਸੀ, ਕੱਪੜਿਆਂ ਨੂੰ ਲੱਗ ਜਾਂਦਾ ਸੀ ਤੇ ਝਾੜ ਦਿੰਦੇ, ਉਤਰ ਜਾਂਦਾ ਸੀ। ਉਹ ਕੁਸੁੰਭੀ ਦਾ ਰੰਗ ਸੀ, ਲੇਕਿਨ ਉਹ ਕੱਚਾ ਰੰਗ ਸੀ। ਏਦਾਂ ਹੀ ਇਹ ਸਰੀਰ ਜਿਹੜਾ ਹੈ, ਇਹ ਵੀ ਮਾਇਆ ਹੈ। ਮਨ ਜਿਸ ਤਨ ਤੱਕ ਸੀਮਿਤ ਰਿਹਾ, ਤਨ ਨਾਲ ਜੁੜਿਆ ਰਿਹਾ, ਇਹ ਵੀ ਕੱਚਾ ਰੰਗ ਹੈ। ਇਹ ਵੀ ਕੁਛ ਦਿਨਾਂ 'ਚ ਉਤਰ ਜਾਣਾ ਹੈ। ਕੱਚਾ ਰੰਗ ਕੁਸੁੰਭ ਕਾ, ਥੋੜ ਲਿਆਂ ਦਿਨ ਚਾਰ। ਥੋੜੇ ਦਿਨ ਦਾ ਹੈ, 4 ਦਿਨਾਂ ਦਾ ਹੈ। ਬਿਨ ਨਾਵੈ ਭਰਮ ਭੁੱਲੀਆਂ, ਠੱਗ ਮੁੱਠੀ ਕੁੜਿਆਰ ਜੀਓ। ਕਿਉਂਕਿ ਨਾਮ ਤੋਂ ਭੁੱਲੇ ਹਾਂ, ਇਸ ਕਰਕੇ ਇਸ ਨਾਲ ਪਿਆਰ ਪਾ ਲਿਆ ਹੈ। ਕੱਚੇ ਰੰਗ ਦੇ ਨਾਲ ਪਿਆਰ ਪਿਆ ਹੈ। ਇੱਥੇ ਹੀ ਅਸੀਂ ਠੱਗੇ ਜਾਂਦੇ ਹਾਂ, ਕਿਉਂਕਿ ਸਭ ਕੂੜ ਹੈ। ਠੱਗ ਮੁੱਠੀ ਕੁੜਿਆਰ ਜੀਓ, ਠੱਗੇ ਜਾਂਦੇ ਹਾਂ, ਕਿਉਂਕਿ ਇਸੇ ਨੂੰ ਸੱਚ ਸਮਝ ਲਿਆ ਹੈ। ਇਹ ਕੁਛ ਦਿਨਾਂ ਵਾਸਤੇ ਹੈ ਸਾਡੇ ਕੋਲ, ਇਹਨੂੰ ਛੱਡ ਜਾਣਾ ਇੱਕ ਦਿਨ ਆਪਾਂ ਨੇ। ਇਹ ਸਾਨੂੰ ਕਿੱਥੋਂ ਮਿਲਿਆ? ਸੰਸਾਰ 'ਚੋਂ ਹੀ ਮਿਲਿਆ, ਤੇ ਸੰਸਾਰ 'ਚ ਹੀ ਰਹਿ ਜਾਣਾ ਹੈ। ਮਾਤਾ ਦੇ ਗਰਭ ਤੋਂ ਸਰੀਰ ਪੈਦਾ ਹੋਇਆ, ਮਾਤਾ ਪਿਤਾ ਦੇ ਸੰਜੋਗ ਦੇ ਨਾਲ ਹੋਇਆ, ਲੇਕਿਨ ਇੱਥੇ ਰਹਿ ਜਾਣਾ ਹੈ। ਇਸ ਕਰਕੇ ਦਾ ਰੰਗ ਕੱਚਾ ਹੈ। ਤੇ ਜਿਹੜਾ ਪਰਮੇਸ਼ਰ ਦਾ ਰੰਗ ਹੈ, ਉਹ ਪੱਕਾ ਰੰਗ ਹੈ, ਉਤਰਦਾ ਨਹੀਂ ਹੈ, ਜਿਹਨੂੰ ਆਪਾਂ ਲਾਲ ਰੰਗ ਕਹਿੰਦੇ, ਨਾਮ ਦਾ ਰੰਗ ਕਹਿੰਦੇ ਹਾਂ। ਸੱਚੇ ਸੇਤੀ ਰਤਿਆ, ਜਨਮ ਨਾ ਦੂਜੀ ਵਾਰ ਜੀਓ। ਜੇ ਸੱਚੇ ਦੇ ਨਾਲ ਮਨ ਰਤਿਆ ਗਿਆ, ਉਹਦੇ ਰੰਗ 'ਚ ਰਤਿਆ ਗਿਆ। ਰਤਨਾ ਕੀ ਹੁੰਦਾ? ਕਿ ਉਹਦਾ ਰੰਗ ਸਾਡੇ ਮਨ ਤੇ ਚੜ ਗਿਆ। ਫਿਰ ਸਾਨੂੰ ਦੁਬਾਰਾ ਜਨਮ ਨਹੀਂ ਲੈਣਾ ਪੈਂਦਾ। ਫਿਰ ਜਨਮ ਨਾ ਦੂਜੀ ਵਾਰ ਜੀਓ। ਫਿਰ ਸਾਨੂੰ ਮੋਕਸ਼ ਪ੍ਰਾਪਤ ਹੁੰਦੀ ਹੈ। ਜੋ ਮੋਕਸ਼ ਜੁਗਾਂ ਤੋਂ ਲੋਕ
ਲੱਭਦੇ ਆਏ ਨੇ। जिस मोक्ष दे वास्ते बड़े बड़े लोग तपस्या करके चले गए, मोक्ष प्राप्त नहीं की, ते कलयुग दे विच सानू भगतां ने, गुरु साहिबाना ने, पीर पैगंबरां ने उस मोक्ष नू प्राप्त करने का बड़ा सरल तरीका समझाया है कि कितनी छेती आपां मोक्ष प्राप्त कर सकते हाँ, जीवित मुक्त हो सकते हाँ, जीवन ही मुक्त हो सकते हाँ। जिथे असी मर के जाना, जिउंदे ही उत्थे बच सकते हाँ। इन्ना सानू कलयुग दे विच गुरु साहिबाना ने ज्ञान बख्शिश कीता है। मोया जित कर जाइए तित जीव दिया मर मार। जीवित मरण का भेद दिता है, जीवित मरना सिखाया है। फिर साडा दोबारा जन्म नहीं होंदा। चारे कुंडा जे पवै बिन भागा तन नाहे जियो। नहीं तो हमारा समझाते हैं कि चाहे चारे कुंडा नू घुम लईए, चारे दिशावां नू, चाहे 10 दिशावां नू चले जाइए, सानू वो धन नहीं प्राप्त होएगा। भागा तो बिना धन नहीं प्राप्त होता। अवगुण मुठी जे फिरे बदक थाए ना पाहे जियो। क्योंकि जिन्नी देर अवगण ने अपनी मत नाल चलते हाँ, जिथे मर्जी चले जाइए, पर सानू अपने घर दे विच थां नहीं मिलती, प्रभु दे चरनां दे विच थां नहीं मिलती। गुर राखे से उभरे शब्द रते मन माही जियो। कौन उभरदा है इस माया दे विचों? जिन्हां नूं गुर रखदा है, जिहड़े गुर दा ज्ञान लैंदे ने, गुर उन्हां दी फिर रखदा है, वो फिर उभर जांदे ने। वो फिर मन उस परमेश्वर दे विच रत्या जांदा है। शब्द रते मन माहे जियो। गुर दे शब्द नूं कमा के फिर मन रत्या जांदा है नाम दे विच। फिर मन नूं नाम दा रंग चढ़ जांदा है, मन परमेश्वर च वसदा है। मन नाम च समाउंदा है, नाम मन च समा जांदा है। चिट्टे जिनके कपड़े मैले चित कठोर जियो। समझाते ने क्योंकि जुगां तो इवें चलिया होंदा है। गुरु साहिबान दे समय पहला भी ये चले आ रहा है कि एक बारी पहरावा पा लेंदे ने जीव। क्योंकि साडे लोकां दी भी एक सोच बन गई है भी जे यह जे कपड़े पाए होणगे उही कोई भगत होएगा। चिट्टे कपड़े पाए होणगे, चोले पाए होणगे। पहला इदां ही जिहड़े पंडित सी करते सी, बड़ियां बड़ियां धोतियां ला लेंदे सी, बड़े बड़े कुर्ते पा लेंदे सी, तग पा लेंदे सी, तीरे तीरे हथ दे विच लोटा ले लेंदे सी, एक बारी पे कर लेंदे सी कि सानू लगे कोई यह साधु संत है। इहदा मतलब समझाउंदे ने, कहंदे पर अंदर जिहड़े उन्हां दे मन मैले हुंदे ने। बाहरों दिखते ने कि बड़े साधु संत, अंदरों मन जिहड़ा है मैला है। चिट्टे जिनके कपड़े मैले चित कठोर। कहंदे मन चित मैले ने, कठोर नहीं। तिन मुख नाम ना उपजै, दूजा व्यापे चोर जियो। क्योंकि दूजे नाल जुड़े ने, परमेश्वर नाल नहीं जुड़े, नाम नाल नहीं जुड़े, दूजे नाल। दूजा की है? माया। माया नाल जुड़े ने ते वो कौन ने? चोर। क्योंकि जे नाम नू नहीं जानिया, बिन नाम तो आपां सारे चोर हाँ। बिन नाव है सब चोर। जिन कीता तिसे न जानी, बिन नाव है सब चोर। बिन संगति सब ऐसे रहे जैसे पश ढोर। जिन कीता तिसे न जानी, बिन नाव है सब चोर। क्योंकि उन्होंने नाम का तो भेद नहीं, उन्हें बारी पे किया है।
ਉਹ ਮੁੱਖੋਂ ਨਾਮ ਨਹੀਂ ਉਚਰਦੇ, ਨਾਮ ਦਾ ਭੇਤ ਨਹੀਂ ਦਿੰਦੇ, ਨਾਮ ਦੀ ਗੱਲ ਨਹੀਂ ਕਰਦੇ, ਕਿਉਂਕਿ ਨਾਮ ਕੀ ਹੈ? ਉਹ ਗਿਆਨ ਜੁਗਤ ਹੈ, ਜਿਹੜੀ ਦੇਣੀ ਸੀ ਉਹਨਾਂ ਕੋਲ ਹੈ ਨਹੀਂ। ਉਹ ਸਾਨੂੰ ਸਿਰਫ ਕਿੱਥੇ ਤੱਕ, ਅੱਖਰੀ ਨਾਮ ਤੱਕ ਹੀ ਸਾਨੂੰ ਉਲਝਾ ਲੈਂਦੇ ਨੇ। ਜੋ ਅੱਖਰ ਦੇ ਦਿੰਦੇ ਵੀ ਏਦਾਂ ਤੁਸੀਂ ਇਹ ਅੱਖਰ ਲਓ, ਇਹ ਸ਼ਬਦ ਲਓ, ਇਹਨਾਂ ਸ਼ਬਦਾਂ ਦਾ ਜਾਪ ਕਰੋ, ਪਰ ਨਾਮ ਦਾ ਭੇਤ ਨਹੀਂ ਦਿੰਦੇ, ਕਿਉਂਕਿ ਨਾਮ ਆਖਣ ਹੀ ਔਖਾ ਹੈ। ਨਾਮ ਨੂੰ ਆਖਣਾ ਇੰਨਾ ਸੌਖਾ ਨਹੀਂ ਹੈ ਕਿ ਅਸੀਂ ਮੁਖ ਤੋਂ ਰਾਮ ਰਾਮ, ਵਾਹਿਗੁਰੂ ਵਾਹਿਗੁਰੂ, ਅੱਲਾ ਅੱਲਾ ਕਰੀ ਜਾਈਏ ਤੇ ਅੰਦਰ ਸਾਡੇ ਪਾਪ ਚੱਲਦੇ ਹੋਣ, ਅੰਦਰੋਂ ਮਾਇਆ ਹੋਵੇ। ਆਪਾਂ ਦੇਖਦੇ ਹਾਂ ਇੱਕ ਚੋਰ ਵੀ ਰਾਮ ਰਾਮ, ਅੱਲਾ ਅੱਲਾ, ਵਾਹਿਗੁਰੂ ਵਾਹਿਗੁਰੂ ਕਰ ਸਕਦਾ ਹੈ, ਇੱਕ ਜੁਆਰੀ ਵੀ ਕਰ ਦਿੰਦਾ ਹੈ, ਠੱਗ ਵੀ ਕਰ ਦਿੰਦਾ ਹੈ, ਲੇਕਿਨ ਨਾਮ ਨਹੀਂ ਉਚਾਰ ਸਕਦਾ, ਕਿਉਂਕਿ ਨਾਮ ਆਖਣ ਬੜਾ ਔਖਾ ਹੈ। ਆਖਣ ਔਖਾ, ਸੱਚ ਨਾਮ। ਇਸ ਕਰਕੇ ਜਿਹੜੇ ਬਾਹਰੀ ਭੇ ਕਰਦੇ, ਮੈਂ ਕਹਿੰਦਾ ਉਹਨਾਂ ਦੇ ਮੁਖ ਤੇ ਨਾਮ ਨਹੀਂ ਉਚਰਦਾ। ਤਿੰਨ ਮੁਖ ਨਾਮ ਨਾ ਉਪਜੈ, ਨਾਮ ਨਹੀਂ ਉਪਜਦਾ ਉਹਨਾਂ ਦੇ ਮੁਖ ਤੇ। ਦੂਜਾ ਵਿਆਪੇ ਚੋਰ ਜੀ, ਕਿਉਂਕਿ ਦੂਜੇ ਨਾਲ ਜੁੜੇ ਨੇ, ਚੋਰ ਨੇ। ਮੂਲ ਨਾ ਬੁੱਝੇ ਆਪਣਾ, ਸੇ ਪਸ਼ੂਆ ਸੇ ਟੋਰ ਜੀਓ। ਉਹਨਾਂ ਆਪਣੇ ਮੂਲ ਨੂੰ ਨਹੀਂ ਬੁੱਝਿਆ। ਮੂਲ ਸਾਡਾ ਕੀ ਹੈ? ਜੋਤ ਸਰੂਪ। ਉਹ ਨਾ ਬੁੱਝਿਆ ਨਹੀਂ ਹੈ ਤੇ ਉਹ ਕਿਹੋ ਜਿਹੇ ਨੇ? ਪਸ਼ੂ, ਟੋਰ ਗਵਾਰ ਨੇ ਜਿਹੜੇ। ਸੇ ਪਸ਼ੂਆ ਸੇ ਟੋਰ ਜੀਓ। ਮੂਰਖ ਨੇ, ਪਸ਼ੂ ਨੇ, ਪਸ਼ੂ ਬੁੱਧੀ ਵਾਲੇ ਨੇ। ਨਿਤ ਨਿਤ ਖੁਸ਼ੀਆਂ ਮਨ ਕਰੇ, ਨਿਤ ਨਿਤ ਮੰਗੈ ਸੁਖ ਜੀਓ। ਕਹਿੰਦੇ ਨਿਤ ਹੀ ਮਨ ਖੁਸ਼ੀਆਂ ਪਾਲਦਾ ਹੈ, ਸੁਖ ਮੰਗਦਾ ਹੈ। ਸੁਖ ਹੁੰਦੇ ਵੀ ਸੁਖ ਮੰਗਦਾ ਹੈ, ਸੰਸਾਰੀ ਸੁਖ। ਕਰਤਾ ਚਿਤ ਨਾ ਆਵਈ, ਫਿਰ ਲੱਗਾ ਦੁੱਖ ਜੀਓ। ਪਰ ਸੁਖ ਤਾਂ ਮਿਲਨੇ ਸੀ ਨਾਮ ਦੇ ਵਿੱਚ, ਪ੍ਰਭੂ ਦੇ ਮਿਲਾਪ ਦੇ ਵਿੱਚ। ਉਹਨੂੰ ਗਿਆਨ ਨਹੀਂ, ਉਹਦੇ ਚਿੱਤ ਚ ਨਹੀਂ ਆਉਂਦਾ। ਇਸ ਕਰਕੇ ਸੁਖ ਮੰਗਣ ਦੇ ਨਾਲ ਵੀ ਉਸਨੂੰ ਦੁੱਖ ਹੀ ਪ੍ਰਾਪਤ ਹੁੰਦੇ ਨੇ। ਫਿਰ ਲੱਗਾ ਦੁੱਖ ਜੀਓ। ਸੁਖ ਦੁੱਖ ਦਾਤਾ ਮਨ ਵਸੈ, ਤਿਨ ਤਨ ਕੈਸੀ ਭੁਖ ਜੀਓ। ਕਹਿੰਦੇ ਸੁੱਖਾਂ ਦੁੱਖਾਂ ਦਾ, ਕਿਉਂਕਿ ਸੁੱਖ ਦੁੱਖ ਦੋਨੋਂ ਹੀ ਦੇਣ ਵਾਲਾ ਕੌਣ ਹੈ? ਪਰਮੇਸ਼ਰ। ਦਾਤਾ ਉਹੀ ਹੈ। ਇਹ ਨਹੀਂ ਕਿ ਰੱਬ ਸਾਨੂੰ ਸੁੱਖ ਹੀ ਦਿੰਦਾ ਹੈ, ਦੁੱਖ ਕੋਈ ਹੋਰ ਦਿੰਦਾ। ਦੁੱਖ ਵੀ ਪਰਮੇਸ਼ਰ ਦਿੰਦਾ, ਸੁੱਖ ਵੀ ਉਹੀ ਦਿੰਦਾ ਹੈ। ਦੁੱਖ ਸੁੱਖ ਪ੍ਰਭ ਦੇਵਨਹਾਰ, ਅਵਰ ਤਿਆਗ ਤੋਂ ਤਿਸੇ ਚਿਤਾਏ। ਜੋ ਕਿਛ ਕਰੇ ਸੋਈ ਸੁਖ ਮਾਨ, ਭੂਲਾ ਕਾਹੇ ਫਿਰੇ ਜਾਨ। ਪਰ ਕਹਿੰਦੇ ਜਿਹਨੂੰ ਉਹ ਦਾਤਾ ਸੁਖ ਮਨ ਵਿੱਚ ਜਿਹਦੇ ਵਸ ਗਿਆ, ਜਿਹਨੂੰ ਸਾਨੂੰ ਪਤਾ ਲੱਗ ਗਿਆ ਦੁੱਖ ਵੀ ਉਹ ਦਿੰਦਾ, ਸੁੱਖ ਵੀ ਉਹ ਦਿੰਦਾ ਹੈ, ਫਿਰ ਅਸੀਂ ਕੀ ਮੰਗਾਂਗੇ? ਪਿਤਾ ਸਾਨੂੰ ਭੁੱਖ ਹੀ ਨਹੀਂ ਰਹੇਗੀ, ਕਿਉਂਕਿ ਉਹ ਸਾਡੇ, ਉਸ ਤੋਂ ਸਿਆਣਾ ਕੋਈ ਨਹੀਂ ਹੈ। ਉਸਨੂੰ ਪਤਾ ਹੈ ਕਿ ਸਾਡੇ ਵਾਸਤੇ ਕੀ ਚੰਗਾ ਕੀ ਮਾੜਾ ਹੈ। ਜੇ ਸਾਡੇ ਵਾਸਤੇ ਦੁੱਖ ਦਾਰੂ ਬਣਦੀ ਹੈ ਤੇ ਉਹ ਸਾਨੂੰ ਦੁੱਖ ਹੀ ਦੇਗਾ, ਕਿਉਂਕਿ ਸੁੱਖ ਰੋਗ ਬਣ ਜਾਏਗਾ। ਸੁੱਖ ਕਦੋਂ ਦੇਗਾ? ਜਦੋਂ ਅਸੀਂ ਸੁੱਖ ਦਾ ਸਾਨੂੰ ਭੇਤ ਆ ਜਾਏਗਾ। ਕਿਉਂਕਿ ਸੁੱਖ ਦੇ ਵਿੱਚ ਜਦੋਂ ਪਰਮੇਸ਼ਰ ਨੂੰ ਭੁੱਲਾਂਗੇ ਨਹੀਂ, ਫਿਰ ਸੁੱਖ ਦਿੰਦਾ ਹੈ। ਪਰ ਉਸਨੂੰ ਆਪਣੇ ਨਾਲ ਜੋੜਨ ਦੇ ਵਾਸਤੇ ਪਹਿਲਾਂ ਦੁੱਖ ਦਿੰਦਾ ਹੈ। ਦੁੱਖ ਦਾਰੂ ਬਣਦੀ ਹੈ। ਦੁੱਖ ਦਾਰੂ ਸੁੱਖ ਰੋਗ ਪਿਆ, ਜਾਂ ਸੁੱਖ ਤਾਮ ਨਾ ਹੋਈ। ਜਿੱਥੇ ਸੁੱਖ ਨੇ ਉੱਥੇ ਪਰਮੇਸ਼ਰ ਨੂੰ ਭੁੱਲ ਜਾਂਦਾ ਹੈ ਜੀ। ਬਾਕੀ ਬਾਲਾ ਤਲਵੀ ਹੈ, ਸਿਰ ਮਾਰੇ ਜੰਦਾਰ ਜੀਓ। ਜਿਨ੍ਹਾਂ ਦੀ ਬਾਕੀ ਰਹਿ ਜਾਂਦੀ, ਬਾਕੀ ਕੀ ਹੈ? ਕਿ ਆਏ ਸੰਸਾਰ ਦੇ ਵਿੱਚ, ਆਏ ਸੀ ਨਾਮ ਜਪਣ ਦੇ ਵਾਸਤੇ, ਆਏ ਸੀ ਨਾਮ ਦਾ ਵਰਜ ਕਰਨ ਦੇ ਵਾਸਤੇ। ਕੀ ਲੈ ਕੇ ਆਏ ਸੀ? ਸਵਾਸਾਂ ਦਾ ਧਨ ਲੈ ਕੇ ਆਏ ਸੀ। ਸਰੀਰ ਦਿੱਤਾ ਸੀ, ਫਿਰ ਸਰੀਰ ਨੂੰ ਕਰਮ ਇੰਦਰੀਆਂ ਦਿੱਤੀਆਂ ਸੀ, ਗਿਆਨ ਇੰਦਰੀਆਂ ਦਿੱਤੀਆਂ ਸੀ, ਜੋ ਕਿ ਸੰਸਾਰ ਦੇ ਵਿੱਚੋਂ ਨਹੀਂ ਮਿਲਦੀਆਂ। ਸਾਰਾ ਕੁਛ ਕਿਸ ਕੌਣ ਦਿੰਦਾ ਹੈ?
ਪਰਮੇਸ਼ਰ। ਪਰ ਇਹਨਾਂ ਦੇ ਨਾਲ ਫਿਰ ਵਣਜ ਕਰਨਾ ਸੀ, ਨਾਮ ਦੀ ਸਿਫਤ ਸਤਿਆਉਣਾ ਸੀ, ਪ੍ਰਭੂ ਦੀ ਸਿਫਤ ਸਲਾਹ ਕਰਨੀ ਸੀ, ਪ੍ਰਭੂ ਦੇ ਗੁਣ ਗਾਉਣੇ ਸੀ। ਉਹ ਕੀਤਾ ਨਹੀਂ। ਫਿਰ ਸਾਡੇ ਸਿਰ ਬਾਕੀ ਰਹਿ ਜਾਂਦੀ, ਕਰਜ਼ਾ ਰਹਿ ਜਾਂਦਾ ਹੈ ਸਾਡੇ ਸਿਰ। ਤੇ ਫਿਰ ਸਾਨੂੰ ਤਲਬ ਕੀਤਾ ਜਾਂਦਾ ਹੈ। ਤਲਬ ਹੁੰਦਾ ਹੈ ਪੇਸ਼ ਕਰਨਾ। ਫਿਰ ਜਦੋਂ ਸਾਨੂੰ ਉੱਥੇ ਤਲਬ ਕੀਤਾ ਜਾਂਦਾ ਹੈ, ਫਿਰ ਉੱਥੇ ਦੇਖਦੇ ਨੇ ਕਿ ਸਾਡੇ ਅਸੀਂ ਤਾਂ ਜੋ ਕੰਮ ਕਰਨਾ ਸੀ ਕੀਤਾ ਹੀ ਨਹੀਂ। ਫਿਰ ਸਜ਼ਾ ਮਿਲਦੀ ਹੈ। ਜਮ ਫਿਰ ਜਮਾਂ ਦੀ ਮਾਰ ਪੈਂਦੀ। ਜਮ ਕੁੱਟਦੇ ਨੇ, ਮਾਰਦੇ ਹਨ। ਜਮ ਮਾਰੇ ਜੰਦਾਰ ਜੀ। ਲੇਖਾ ਮੰਗਾ ਦੇਵਣਾ, ਪੁੱਛਿਆ ਕਰ ਵਿਚਾਰ ਜੀ। ਕਿਉਂਕਿ ਲੇਖਾ ਦੇਣਾ ਹੀ ਪਏਗਾ। ਉਹ ਸਾਤੋਂ ਮੰਗੇਗਾ, ਸਾਨੂੰ ਪੁੱਛੇਗਾ। ਕੀ ਪੁੱਛੇਗਾ? ਕਿ ਤੂੰ ਇੱਥੇ ਆਇਆ ਸੀ, ਅਮਲ ਸਿਰਾਨੋ ਲੇਖਾ ਦੇਣਾ। ਆਏ ਕਠਨ ਦੂਤ ਜਮ ਲੈਣਾ, ਕਿਆ ਤਾਂ ਖਟਿਆ ਕਹਾਂ ਗਵਾਇਆ, ਚਾਲ ਸਿਤਾਬ ਦੀਵਾਨ ਬੁਲਾਇਆ। ਕਿਆ ਖਟਿਆ, ਕੀ ਗਵਾਇਆ? ਜੇ ਤਾਂ ਨਾਮ ਖੱਟ ਲਿਆ, ਕਿਉਂਕਿ ਉੱਥੇ ਤਾਂ ਫਿਰ ਸਵਾਸਾਂ ਦੀ ਕੀਮਤ ਵੀ ਤੁਛ ਰਹਿ ਜਾਂਦੀ ਹੈ। ਜੇ ਨਾਮ ਦੀ ਵੰਜ ਕਰ ਲਿਆ, ਜੇ ਕੌਡੀਆਂ ਦਾ ਵੰਜ ਕਰ ਲਿਆ, ਉੱਥੇ ਫਿਰ ਜਿਹੜੇ ਨੇ ਸਾਡੇ ਸਵਾਸਾਂ ਦੀ ਕੀਮਤ ਬੜੀ ਉੱਤੇ ਹੈ। ਫਿਰ ਸਾਡੇ ਸਿਰ ਬਾਕੀ ਰਹਿ ਜਾਂਦੀ, ਕਰਜ਼ਾ ਰਹਿ ਜਾਂਦਾ ਹੈ। ਫਿਰ ਸਜ਼ਾ ਮਿਲਦੀ ਹੈ। ਪਰ ਇਹ ਦੇਣਾ ਹੀ ਪਏਗਾ ਲੇਖਾ ਜੇ ਮੰਗੇਗਾ। ਜੇ ਆਪਾਂ ਲੇਖਾ ਪਹਿਲਾਂ ਹੀ ਪੜ੍ਹ ਲੈਂਦੇ, ਜੇ ਆਪਾਂ ਨਾਮ ਨੂੰ ਮਨ ਵਿੱਚ ਵਸਾ ਲੈਂਦੇ ਹਾਂ, ਨਾਮ ਦਾ ਲੇਖਾ ਪੜ੍ਹ ਲੈਂਦੇ ਹਾਂ, ਫਿਰ ਸਾਤੋਂ ਲੇਖਾ ਨਹੀਂ ਪੁੱਛਿਆ ਜਾਂਦਾ। ਲੇਖਾ ਪੜ੍ਹਿਆ ਨਾਮ, ਫਿਰ ਲੇਖ ਨਾ ਹੋਈ। ਪੁੱਛ ਨਾ ਸਕੇ ਕੋਏ, ਹਰ ਦਰ ਸਦ ਟੋਈ। ਫਿਰ ਸਦਾ ਹੀ ਸਾਨੂੰ ਹਰੀ ਦੇ ਦਰ ਤੇ ਟੋ ਪ੍ਰਾਪਤ ਹੋਏਗੀ। ਪੁੱਛ ਨਹੀਂ ਸਕਦਾ। ਪਰ ਜੇ ਨਾਮ ਦਾ ਲੇਖਾ ਪੜਿਆ ਹੈ, ਜੇ ਬਾਕੀ ਰਹਿ ਗਈ, ਨਾਮ ਦਾ ਲੇਖਾ ਨਹੀਂ ਪੜਿਆ, ਫਿਰ ਸਜ਼ਾ ਮਿਲਦੀ ਹੈ। ਸੱਚੇ ਕੀ ਲਿਵ ਉਭਰਾ, ਬਖਸ਼ੇ ਬਖਸ਼ਣ ਹਾਰ ਜੀ। ਜੇ ਅਸੀਂ ਲਿਵ ਜੋੜ ਲੈਂਦੇ ਗੁਰ ਦੇ ਗਿਆਨ ਦੁਆਰਾ, ਫਿਰ ਉਭਰ ਜਾਂਦੇ ਹਾਂ। ਫਿਰ ਸਾਨੂੰ ਇਹ ਸਾਰੀ ਬਾਕੀ ਜਿਹੜੀ ਬਖਸ਼ ਕਰ ਦਿੰਦਾ ਹੈ, ਸਾਨੂੰ ਬਖਸ਼ ਦਿੰਦਾ ਹੈ, ਬਖਸ਼ਣ ਹਾਰ ਹੈ। ਸਾਡਾ ਲੇਖਾ ਫੜ ਜਾਂਦਾ ਹੈ। ਜਦੋਂ ਅਸੀਂ ਲਿਵ ਜੋੜ ਲੈਂਦੇ ਹਾਂ ਸਾਧੂ ਜਨਾਂ ਦਾ ਸੰਗ ਕਰਕੇ, ਫਿਰ ਲੇਖਾ ਖਤਮ ਹੋ ਜਾਂਦਾ ਹੈ। ਫਿਰ ਸਾਨੂੰ ਲੇਖਾ ਨਹੀਂ ਦੇਣਾ ਪੈਂਦਾ, ਸਾਨੂੰ ਬਖਸ਼ ਦਿੰਦਾ ਹੈ, ਕਿਉਂਕਿ ਪ੍ਰਭੂ ਬਖਸ਼ਿੰਦਾ ਹੈ। ਅਨ ਕੋ ਕੀਜੈ ਮਿੱਤੜਾ, ਖਾ ਕਰ ਲੈ ਮਰ ਜਾਏ ਜੀ। ਅਨ ਹੈ ਦੂਜਾ, ਕਿਸੇ ਹੋਰ ਨੂੰ ਆਪਣਾ ਮਿੱਤਰ ਬਣਾਏਗਾ ਮਨ, ਤੇ ਫਿਰ ਖਾਕ ਚ ਹੀ ਰਲੇਗਾ। ਕਿਉਂਕਿ ਜਿਸ ਨੂੰ ਵੀ ਮਿੱਤਰ ਬਣਾਏਗਾ, ਉਸਨੇ ਰਹਿਣਾ ਨਹੀਂ ਸੰਸਾਰ ਦੇ ਵਿੱਚ। ਜਾਂ ਅਸੀਂ ਨਹੀਂ ਰਹਿਣਾ ਇੱਥੇ। ਜੇ ਅਸੀਂ ਪਹਿਲਾਂ ਚਲੇ ਗਏ, ਉਹ ਇੱਥੇ ਰਹਿ ਜਾਏਗਾ, ਸਾਡੇ ਨਾਲ ਨਹੀਂ ਜਾਏਗਾ। ਜੇ ਅਸੀਂ ਆਪਣੇ ਤਨ ਨੂੰ ਮਿੱਤਰ ਸਮਝਦੇ ਹਾਂ, ਇਹ ਵੀ ਨਾਲ ਨਹੀਂ ਜਾਏਗਾ। ਇਸ ਕਰਕੇ ਦੂਜੇ ਨੂੰ ਮਿੱਤਰ ਬਣਾਵਾਂਗੇ, ਇਹਨੇ ਮਿੱਟੀ ਹੋ ਜਾਣਾ, ਇੱਥੇ ਰਹਿ ਜਾਣਾ ਹੈ। ਬਹੁ ਰੰਗ ਦੇਖ ਭੁਲਾਇਆ, ਭੁੱਲ ਭੁੱਲ ਆਵੇ ਜਾਏ ਜੀ। ਪਰ ਮਨ ਸਾਡਾ ਕਿ ਸੰਸਾਰੀ ਰੰਗਾਂ ਨੂੰ ਦੇਖ ਕੇ ਭੁੱਲ ਗਿਆ ਹੈ, ਭਰਮ ਚ ਪੈ ਗਿਆ ਹੈ, ਦੂਜੇ ਨਾਲ ਜੁੜ ਗਿਆ ਹੈ। ਇਸ ਕਰਕੇ ਭਰਮ ਦੇ ਵਿੱਚ ਪਿਆ, ਆਵਣ ਜਾਵਣ ਦੇ ਵਿੱਚ ਪਿਆ ਰਹਿੰਦਾ ਹੈ, ਮੁਕਤ ਨਹੀਂ ਹੋ ਸਕਦਾ। ਨਦਰ ਪ੍ਰਭੂ ਤੇ ਛੁੱਟੀ ਹੈ, ਨਦਰੀ ਮੇਲ ਮਿਲਾਏ ਜੀ। ਹਾਂ, ਪ੍ਰਭੂ ਦੀ ਕਿਰਪਾ, ਉਹ ਨਦਰ ਬਖਸ਼ਿਸ਼ ਕਰਦਾ ਹੈ, ਫਿਰ ਅਸੀਂ ਛੁੱਟ ਸਕਦੇ ਹਾਂ ਇਸ ਆਵਣ ਜਾਵਣ ਦੇ ਵਿੱਚੋਂ। ਉਹ ਭਗਤੀ ਕਿਹੜੀ ਹੈ? ਨਦਰਾਂ ਦੁਆਰਾ ਹੀ ਮੇਲ ਹੋਣਾ ਹੈ। ਕਿਉਂਕਿ ਲਿਵ ਕਿੱਥੋਂ ਜੁੜਨੀ ਹੈ? ਨੇਤਰਾਂ ਦੁਆਰਾ ਇੱਕ ਦ੍ਰਿਸ਼ਟ ਹੋ ਕੇ ਉਸ ਪ੍ਰਭੂ ਦੇ ਨਾਲ ਲਿਵ ਜੁੜਨੀ ਹੈ। ਫਿਰ ਅਸੀਂ ਛੁੱਟ ਜਾਂਦੇ, ਫਿਰ ਸਾਡਾ ਲੇਖਾ ਖਤਮ ਹੋ ਜਾਂਦਾ, ਫਿਰ ਸਾਡਾ ਆਵਣ ਜਾਵਣ ਖਤਮ ਹੁੰਦਾ ਹੈ। ਗਾਫਲ ਗਿਆਨ ਵਿਹੂਣਿਆ, ਗੁਰ ਬਿਨ ਗਿਆਨ ਨਾ ਪਾਲ ਜੀਓ। ਤੇ ਸਮਝਾਉਂਦੇ ਨੇ ਕਿ ਇਹ ਗਿਆਨ ਤੋਂ ਵਿਹੂਣੇ ਮੂਰਖ, ਗੁਰ ਤੋਂ ਬਿਨਾਂ ਹੋਰ ਕੋਈ ਗਿਆਨ ਨਹੀਂ ਤੈਨੂੰ ਪ੍ਰਾਪਤ ਹੋਣਾ। ਜਦ ਤੱਕ ਗੁਰ ਦਾ ਗਿਆਨ ਨਹੀਂ ਲੈਂਦਾ,
ਤੈਨੂੰ ਗਿਆਨ ਨਹੀਂ ਪ੍ਰਾਪਤ ਹੋਣਾ, ਕਿਉਂਕਿ ਉੱਥੇ ਦਾ ਜਿਹੜਾ ਗਿਆਨ ਹੈ, ਆਪਣੇ ਘਰ ਦਾ ਜਿਹੜਾ ਗਿਆਨ ਹੈ, ਉਹ ਲਿਖਣ ਦੇ ਵਿੱਚ ਨਹੀਂ ਹੈ, ਉਹ ਦੇਖਣ ਦੇ ਵਿੱਚ ਹੈ। ਜਿਵੇਂ ਆਪਾਂ ਘਰ 'ਚ ਰਹਿੰਦੇ ਹਾਂ, ਘਰ ਦੇ ਵਿੱਚ ਜੀਵ ਜੋ ਅਨਪੜ੍ਹ ਵੀ ਹੈ, ਕੋਈ ਗਿਆਨ ਨਹੀਂ, ਇੱਕ ਬੱਚੇ ਨੂੰ ਵੀ ਆਪਣੇ ਘਰ ਤੇ ਗਿਆਨ ਹੋ ਜਾਂਦਾ ਹੈ, ਛੋਟੇ ਬੱਚੇ ਨੂੰ ਵੀ ਆਪਣੇ ਘਰ 'ਚ ਪਹਿਚਾਣ ਹੋ ਜਾਂਦੀ, ਗਿਆਨ ਹੋ ਜਾਂਦਾ ਹੈ। ਇੱਦਾਂ ਹੀ ਜਦੋਂ ਗੁਰ ਦਾ ਗਿਆਨ ਲੈ ਕੇ ਆਪਣੇ ਘਰ ਵਿੱਚ ਅਸੀਂ ਵਸਣਾ ਸ਼ੁਰੂ ਕਰਦੇ ਹਾਂ, ਫਿਰ ਸਾਨੂੰ ਉੱਥੇ ਦੇਖ ਦੇਖ ਕੇ ਗਿਆਨ ਪ੍ਰਾਪਤ ਹੁੰਦਾ ਹੈ, ਪਰ ਉਹ ਗਿਆਨ ਬਿਆਨ ਨਹੀਂ ਕੀਤਾ ਜਾ ਸਕਦਾ। ਉਸਦੇ ਵਾਸਤੇ ਇੱਕ ਜੁਗਤ ਹੀ ਹੈ, ਗੁਰ ਹੀ ਹੈ, ਕਿ ਗੁਰ ਲੈ ਕੇ ਆਪਾਂ ਉੱਥੇ ਵਸ ਸਕਦੇ ਹਾਂ, ਉਸ ਆਨੰਦ ਨੂੰ ਮਾਣ ਸਕਦੇ ਹਾਂ, ਲੇਕਿਨ ਕਹਿ ਨਹੀਂ ਸਕਦੇ। ਮਹਾਰਾਜ ਸਮਝਾਉਂਦੇ ਨੇ, ਕਥਨ ਕਹਿਣ ਕੋ ਸੋਝੀ ਨਾਹੀ, ਜੋ ਪੇਖੈ ਤਿਸ ਬਨ ਆਵੈ। ਕਹਿਣ ਕਥਨ ਸੋਝੀ ਨਹੀਂ, ਕਹਿਣ ਵਿੱਚ ਨਹੀਂ ਹੈ, ਕਹਿਬੇ ਕੋ ਸੋਭਾ ਨਹੀਂ, ਦੇਖਾ ਹੀ ਪ੍ਰਵਾਨ। ਬਿਆਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਜੋ ਬਿਆਨ ਕੀਤਾ ਜਾਂਦਾ ਉਹ ਲਿਖਿਆ ਜਾਂਦਾ ਹੈ, ਲੇਕਿਨ ਉਹ ਲੇਖੇ ਵਿੱਚ ਨਹੀਂ ਹੈ, ਉਹ ਅਲਿਖ ਹੈ, ਉਹ ਅਦਿਖ ਹੈ, ਉਹ ਅਲੇਖ ਹੈ, ਉਹ ਅਪੇਖ ਹੈ। ਸਿਰਫ ਗੁਰ ਦੁਆਰਾ ਉਸ ਨੂੰ ਜਾਣ ਸਕਦੇ ਹਾਂ, ਪਹਿਚਾਨ ਸਕਦੇ ਹਾਂ, ਉਸ ਦੇ ਆਨੰਦ ਨੂੰ ਮਾਣ ਸਕਦੇ ਹਾਂ, ਉਸ ਦੇ ਵਿੱਚ ਸਮਾ ਸਕਦੇ ਹਾਂ, ਆਪਾ ਗਵਾ ਕੇ ਇੱਕ ਰੂਪ ਹੋ ਸਕਦੇ ਹਾਂ, ਲੇਕਿਨ ਕਹਿ ਨਹੀਂ ਸਕਦੇ। ਖਿੱਚੋ ਤਾਣ ਵਿਗੁਚੀਐ, ਬੁਰਾ ਭਲਾ ਦੁਏ ਨਾਲ ਜੀਓ। ਹੁਣ ਅਸੀਂ ਕਿੱਥੇ ਫਸੇ ਹਾਂ? ਕਿਉਂਕਿ ਅਸੀਂ ਚੰਗਿਆਈਆਂ ਤੇ ਬੁਰਾਈਆਂ 'ਚ ਫਸੇ ਹਾਂ। ਚੰਗਿਆਈਆਂ ਬੁਰਾਈਆਂ ਨੂੰ ਛੱਡਣਾ ਪਏਗਾ। ਜਿੰਨੀ ਦੇਰ ਚੰਗਿਆਈਆਂ ਬੁਰਾਈਆਂ 'ਚ ਫਸੇ ਹਾਂ ਅਸੀਂ, ਤੇ ਪਰਮੇਸ਼ਰ ਤੋਂ ਦੂਰ ਹਾਂ, ਕਿਉਂਕਿ ਲੇਖੇ ਦੇ ਵਿੱਚ ਹਾਂ। ਜਦੋਂ ਅਸੀਂ ਦੋਨਾਂ ਤੋਂ ਉੱਪਰ ਉੱਠ ਜਾਵਾਂਗੇ, ਲਿਵ ਜੋੜ ਲਾਂਗੇ ਪਰਮੇਸ਼ਰ ਦੇ ਨਾਲ ਗੁਰ ਦੇ ਗਿਆਨ ਦੁਆਰਾ, ਫਿਰ ਸਾਡਾ ਲੇਖਾ ਨਹੀਂ ਹੋਏਗਾ, ਫਿਰ ਸਾਡੀ ਜਿਹੜੀ ਖਿੱਚੋ ਤਾਣ ਹੈ ਉਹ ਖਤਮ ਹੋ ਜਾਏਗੀ, ਕਿਉਂਕਿ ਅਸੀਂ ਦੋਨਾਂ ਤੋਂ ਆਜ਼ਾਦ ਹੋ ਜਾਵਾਂਗੇ। ਸਾਨੂੰ ਇਹ ਨਹੀਂ ਹੋਏਗਾ ਕਿ ਮੈਂ ਕੋਈ ਚੰਗਿਆਈ ਕਰਦਾ, ਮੈਂ ਕੋਈ ਬੁਰਾਈ ਕਰਦਾ ਹਾਂ, ਕਿਉਂਕਿ ਅਸੀਂ ਆਪਾ ਉਸਦੇ ਵਿੱਚ ਮਿਲਾ ਦਾਂਗੇ ਤੇ ਸਾਡਾ ਆਪਾ ਖਤਮ ਹੋ ਜਾਏਗਾ, ਤੇ ਸਾਡਾ ਲੇਖਾ ਵੀ ਖਤਮ ਹੋ ਜਾਏਗਾ। ਉਨੀ ਦੇਰ ਹੀ ਸਾਡਾ ਲੇਖਾ ਹੈ ਜਿੰਨੀ ਦੇਰ ਅਸੀਂ ਇਹ ਸਮਝਦੇ ਹਾਂ ਕਿ ਮੈਂ ਇਹ ਕੀਤਾ ਹੈ, ਮੈਂ ਏਦਾਂ ਕਰਦਾ ਹਾਂ। ਜਿੰਨੀ ਦੇਰ ਸਾਨੂੰ ਜਦੋਂ ਪਤਾ ਲੱਗ ਗਿਆ ਕਿ ਅਸੀਂ ਕਰਦੇ ਹੀ ਕੁਛ ਨਹੀਂ, ਕਰਾਉਣ ਵਾਲਾ ਤਾਂ ਉਹ ਹੈ। ਜੇ ਚੰਗਾ ਕਰਵਾਉਂਦਾ ਉਹ ਫਿਰ ਵੀ ਉਹੀ ਕਰਵਾਉਂਦਾ, ਜੇ ਮਾੜਾ ਕਰਵਾਉਂਦਾ ਫਿਰ ਵੀ ਉਹੀ ਕਰਵਾਉਂਦਾ, ਕਿਉਂਕਿ ਉਸੇ ਦਾ ਪੈਦਾ ਕੀਤਾ ਹੈ। ਚੰਗਿਆਈਆਂ ਤੇ ਬੁਰਾਈਆਂ ਦੋਨੇ ਹੀ ਉਸੇ ਦੀਆਂ ਨੇ। ਫਿਰ ਸਾਡਾ ਲੇਖਾ ਨਹੀਂ ਹੋਏਗਾ। ਇਸ ਕਰਕੇ ਸਾਨੂੰ ਸਮਝਾਉਂਦੇ ਆ, ਫਿਰ ਸਾਡਾ ਖਿੱਚੋ ਤਾਣ ਖਤਮ ਹੋ ਜਾਂਦੀ ਹੈ। ਬਿਨ ਸ਼ਬਦ ਹੈ ਪੈ ਰਤਿਆਂ, ਸਭ ਜੋ ਹੀ ਜਮ ਕਾਲ ਜੀਓ। ਕਹਿੰਦੇ ਬਿਨਾਂ ਸ਼ਬਦ ਤੋਂ ਪ੍ਰਭੂ ਦੇ ਪੈ ਵਿੱਚ ਰਤਿਆਂ, ਸਾਰਾ ਸੰਸਾਰ ਹੀ ਇਹ ਜਮ ਕਾਲ ਦੇ ਗ੍ਰਸਤ ਵਿੱਚ ਹੈ, ਪਕੜ ਦੇ ਵਿੱਚ ਹੈ, ਉਹਨਾਂ ਦੇ ਵਸ ਪਿਆ ਹੈ। ਜਿਨ ਕਰ ਕਾਰ ਧਾਰਿਆ, ਸਭ ਸਹਿ ਦੇ ਆਧਾਰ ਜੀਓ। ਹੁਣ ਜਿਸ ਦੇ ਕਰਕੇ ਆਪਾਂ ਇਸ ਸੰਸਾਰ ਦੇ ਵਿੱਚ ਆਏ ਹਾਂ, ਉਹ ਸਾਰਿਆਂ ਦਾ ਹੀ ਆਧਾਰ ਹੈ। ਉਸੇ ਨੇ ਸਾਨੂੰ ਸੰਸਾਰ 'ਚ ਭੇਜਿਆ ਹੈ, ਉਸੇ ਨੇ ਸਾਨੂੰ ਇਹ ਸਰੀਰ ਦਿੱਤਾ ਹੈ, ਉਸੇ ਨੇ ਇਸ ਵਿੱਚ ਜੋਤ ਰੱਖੀ ਹੈ, ਉਹ ਸਾਰਿਆਂ ਦਾ ਆਧਾਰ ਹੈ। ਸੋ ਕਿਉ ਮਨੋ ਵਿਸਾਰੀਐ, ਸਦਾ ਸਦਾ ਦਾਤਾਰ ਜੀਓ। ਕਹਿੰਦੇ ਫਿਰ ਐਸਾ ਪ੍ਰਭੂ ਜਿਸ ਨੇ ਸਭ ਕੁਝ ਦਿੱਤਾ ਹੈ, ਤੇ ਉਸ ਨੂੰ ਅਸੀਂ ਕਿਉਂ ਵਿਸਾਰੀਏ? ਉਸ ਨੂੰ ਮਨ ਵਿੱਚੋਂ ਅਸੀਂ ਕਿਉਂ ਵਿਸਾਰੀਏ? ਕਿਉਂਕਿ ਉਹ ਤਾਂ ਸਾਰਿਆਂ ਦਾ ਸਦਾ ਹੀ ਦਾਤਾ ਹੈ। ਉਸ ਦੇ ਨਾਲ ਤਾਂ ਸਾਡਾ ਮਨ ਹਰ ਸਮੇਂ ਜੁੜਿਆ ਰਹੇ। ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਫਿਰ ਅਸੀਂ ਕਿਉਂ ਵਿਸਾਰੀਏ ਉਸ ਨੂੰ? ਨਾਨਕ ਨਾਮ ਨਾ ਵਿਸਰੈ, ਨਿਰਧਾਰਾ ਆਧਾਰ ਜੀਓ। ਤੇ ਸਤਿਗੁਰੂ ਸਮਝਾਉਂਦੇ ਨੇ ਕਿ ਸਾਨੂੰ ਉਹ ਪਰਮੇਸ਼ਰ ਦਾ ਨਾਮ ਕਦੇ ਵੀ ਨਹੀਂ ਵਿਸਰਦਾ,
क्योंकि वो साडा निधारां दा आधार है, वही साडा आसरा है। निआसरियां दा कोई आसरा है। जिन्हां नूं होर कोई आधार नहीं, उन्हां नूं परमेश्वर ही आधार है। साचा नाम मेरा आधारो, साच नाम आधार मेरा, जिन भुखां सब गवाई। इस करके उस परमेश्वर दे नाल जुड़ना ही साडे जीवन दा मनोरथ है। सो आओ हुण आपां अभ्यास करते हाँ, समझते हाँ की है जुड़ना, परमेश्वर दे नाल जुड़ना। परमेश्वर किथे है? कह रविदास हथ पै नेड़े, हत्थां तो भी नेड़े है। पर कदों? सहजे होए सो होई। सहज दे विच आना पएगा। सहज है चौथा पद, जिथों सानू पाल रहा है। हुण साडी जिहड़ी दृष्टि, साडा ध्यान आपां किवें चलदे, इहदा चल रहा साडा ध्यान। दो दृष्टि द्वारा चल रहा है, इत्थे चलदा है। लेकिन चलना किवें सी? असीं जिहड़ा मार्ग भुल्ले हाँ, वो मार्ग सी चलना सी इधर। इधर कित्थे चलना सी? जिथों श्वास आउंदा। ये दर सी प्रभु दा, जिथों श्वास दे के पाल रहा सानू। विछोड़ा क्योंकि ये रास्ता भुल के असीं इधर नूं चल पे। इहनूं मतलब कहंदे हंकारी हो गए। मन हंकार दे विच है, मन नूं निवड़ा नहीं आउंदा। हरमंदर साहब आपां जांदे हाँ, 4 दरवाजे ने। एक आपां सज्जे पासे तो प्रवेश करते हाँ, जिधर घंटा घर है। एक आपां पिछों तो आउंदे हाँ, जिधर सरावां ने, लंगर हाल है। एक खब्बे पासे आउंदे हाँ, जिधर बाबा दीप सिंह जी दा बुत लग्या है। ते एक आपां जिथे अकाल तख्त दे नेड़े 2 निशान साहब लगे ने, उथों आपां प्रवेश करते हाँ। लेकिन जब तक सारे पासों आपां जावांगे, सानू निभना पएगा। असीं हंकार दे विच हाँ, उच्च चलदे हाँ। बाहर चलते, बाहर की है? ऊंचा है। आपां पौड़ियां उतरते हाँ। हरमंदर साहब कित्थे है? नीवें स्थान ते है। ते अकाल तख्त साहब कित्थे है? फिर ऊंचे स्थान ते है। लेकिन अकाल तख्त साहब दीयां पौड़ियां चढ़न वास्ते सानू पहला पौड़ियां उतरना पैंदा। जब तक असीं पौड़ियां उतर के नहीं जाते, अकाल तख्त साहब दीयां पौड़ियां असीं चढ़ नहीं सकते। इस करके जब तक ये रास्ता नहीं छड्ड के इधर नूं नहीं चलते, असीं सामने मस्तक ते परमेश्वर तक पहुँच नहीं सकते। इन्ना ही है, क्योंकि निभना भुल गया, मन निभना भुल गया। तन बड़ा निभाउंदे, बड़े मत्थे टेकदे, थां थां असीं मत्थे रगड़ते फिरदे हाँ, नक रगड़ते फिरदे हाँ। लेकिन जिन्हें निभना सी मन ने, उसनूं कदे निभाया नहीं। निभना भी किस दे अगे सी? परमेश्वर दे अगे, जो सदा ही साडे सामने है, जो जाहरा ज़हूर है, हाज़र हजूर है। इस करके रास्ता भुल्ले हाँ। हुण आपां की करना है? आपां अपने ध्यान नूं इधरों रोक के इधर नूं चलना है, अंदर जाना है। अंदर कित्थे है? ये रास्ता है। इत्थे जाके ही सानू जोत दा ज्ञान होता है। की करना है? आपां बड़ा सौखा है। आपां अपनी दृष्टि सब तो पहला इस पॉइंट ते फोकस करनी। दोनों नूं एक थां ते फोकस करना है। फोकस करके देखना है कि सानू अपना नक दिसदा है या नहीं दिसदा। क्योंकि जे नक दिसदा है, 2 दृष्टि च हाँ, जिन्नी देर 2 दृष्टि च आपां सानू अपना नक दिसेगा। जदों एक दृष्ट हो गए, नक नजर नहीं आएगा। जे नक दिसदा है, फिर आपां देखना है कि किस पासों दिसदा। क्योंकि ध्यान है सज्जे, ध्यान किसी दा ज्यादा, किसी दा खब्बे है, किसी दा विचाले है। वो आपां देखना है। जे नक सज्जे पासों दिसदा, इसदा मतलब साडा सारा ध्यान सज्जे है। जे आपां कह लईए जे ध्यान सज्जे है, तो सानू अपना नक सज्जे पासों दिसेगा। जे साडा ध्यान सिर्फ खब्बे पासे है, फिर सानू अपना नक खब्बे पासों दिसेगा। जे साडा ध्यान ना ज़्यादा सज्जे ना खब्बे विचाले है, सेंटर च है, फिर सानू अपना नक दोनों पासे तो दिसेगा। जे आपां एक दृष्ट हाँ, सानू नक नज़र नहीं आएगा। तो फिर आपां जदों अभ्यास करांगे, तो फिर सानू अपनी जोत प्रगट हो जाएगी।
साडा जिहड़ा नक है प्रकाश हो जाएगा। शीशे वर्गा क्रिस्टल की तरह सानू अपना नक दिसना शुरू होएगा। वो जोत स्वरूप हो जाएगा। अपना नक जिहड़ा स्थूल है प्रकाश रूप हो जाएगा, जोत स्वरूप हो जाएगा। सानू इदां लगेगा साडा नक शीशे का है, हीरे का है, डायमंड का है, इदां चमकेगा। उस जोत नू पहचान के फिर सानू सामने पहचान होंदी है। सो आपां की करना है, आपां पहले इस पॉइंट ते देखांगे। मेरे वाल देख लो, जेकर कोई नवां जीव इदां देखांगे, ये देखांगे कि नक दिसदा जां नहीं दिसदा। जी दिसदा, किस पासों दिसदा, सज्जे खब्बे जां दोनों पासे तो। इत्थों फिर मैं आप जी नूं आवाज़ देवांगा कि ध्यान सामने लेके आओ। इत्थों आपां की करांगे, सामने देखांगे। इत्थों फिर मैं आप जी नूं आवाज़ देवांगा कि ध्यान मस्तक दे सामने लै जाओ। आपां करना की है, पलकां उत्ते चुक देनियां है। इधर तो इधर नूं चलना आपां ध्यान लैके इस पासे। फिर जदों कहांगा सामने लै आओ ध्यान, फिर सामने देखांगे। फिर जदों कहांगा नक ते सम करके देखो, फिर वापस आके इत्थे ला के देखांगे फोकस करके। इन्ना क ध्यान विश्वास नाल आपां करांगे, वापस आके देखांगे, सानू अपना नक नहीं नजर आएगा। क्योंकि असीं एक दृष्ट हो जाएंगे, नक नहीं नजर आएगा। फिर आपां अभ्यास करांगे थोड़ा नीचे दा, मन नूं निभना सिखावांगे, नीचे जुड़ांगे। फिर आप ही प्रगट होके मालक सानू ऊंचा करेगा। सो आओ करके देखिए सारे ही। आओ दृष्टि नूं फोकस करिए नक ते। देखिए कि सानू नक नजर आउंदा जां नहीं आउंदा। जे आउंदा दिसदा है नक किस पासों दिसदा, सज्जे खब्बे जां दोनों पासे। सामने लेके आइए ध्यान, सामने देखिए। मस्तक दे सामने लै जाओ ध्यान, पलकां उत्ते चुको। फिर सामने लेके आइए ध्यान, सामने देखिए। फिर नक ते सम करके देखिए। फिर दृष्टि नक ते फोकस करके अपने आप को देखिए। देखना ही है। जे नक दिसदा सी किसी नूं पहला, कि हुण देखना कि दिसनों हट गया। क्योंकि एक दृष्ट हो जाएंगे ना नक, इन्ना ही साडा स्थूल प्रकाश हो जाएगा, निराकार आकार समा जाएगा। इत्थों ही अपनी सारियां दी वखरी वखरी पहचान है। नीचे ले जाइए ध्यान। नीचे थल्ले जो कपड़ा वगैरह बिछया उस तो थोड़ा ऊपर देखांगे आपां। कपड़े दे ऊपर देखना शुरू करांगे। इत्थे सानू प्रकाश अनुभव होना शुरू होएगा। इत्थे सानू इदां चिलमिल चिलमिल अनुभव होनी शुरू हो जाएगी, जिवें पानी दी लहरां हुंदियां। ये तो सानू एक हलचल अनुभव होएगी, क्योंकि अनुभवी प्रकाश है।
फिर दृष्टि फोकस करके अपने आप में देखिए। फिर नाक ते सम करके देखिए अपने आप में। फिर नीचे ले जाइए ध्यान। फिर सम करके देखिए अपने आप में, दृष्टि फोकस करके। फिर देखिए। फिर नीचे ले जाइए ध्यान।
ਇਹ ਦ੍ਰਿਸ਼ਟੀ ਸਮ ਕਰਕੇ ਆਪਣੇ ਆਪ ਨੂੰ ਦੇਖੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਇਸ ਤਰੀਕੇ ਦੇ ਨਾਲ ਇਹਨੂੰ ਕਹਿੰਦੇ ਨੇ ਸਹਿਜ ਦਾ ਸ਼ਿੰਗਾਰ। ਸਹਿਜ ਸ਼ਿੰਗਾਰ ਕਾਮਨ ਕਰ ਆਵੇ, ਤਾਂ ਸੁਹਾਗਣ ਜਾਂ ਕੰਤੇ ਭਾਵੇ। ਜਦੋਂ ਮੁੱਖ ਉਜਲ ਹੋ ਜਾਏਗਾ, ਆਪਣਾ ਸਾਹਮਣੇ ਪ੍ਰਕਾਸ਼ ਪ੍ਰਗਟ ਹੋ ਜਾਏਗਾ, ਉਦੋਂ ਫਿਰ ਸਾਨੂੰ ਸੁਹਾਗਣ ਕਿਹਾ ਹੈ। ਪ੍ਰਗਟ ਹੋ ਜਾਏਗਾ ਪਰਮੇਸ਼ਰ। ਜਿੱਥੇ ਵੀ ਦੇਖਾਂਗੇ, ਜਿੱਥੇ ਵੀ ਫਿਰਾਂਗੇ, ਉੱਥੇ ਉਸ ਨੂੰ ਦੇਖਾਂਗੇ। ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਨਾਨਕ ਜੈ ਜੈ ਮੈਂ ਫਿਰੂ, ਤਹਿ ਤਹਿ ਸਾਚਾ ਸੋਏ। ਜੈ ਦੇਖਾਂ ਤਾਂ ਏਕ ਹੈ, ਗੁਰਮੁਖ ਪ੍ਰਗਟ ਹੋਏ। ਜਿੱਥੇ ਵੀ ਦੇਖਾਂਗੇ ਉੱਥੇ ਹੀ ਪ੍ਰਗਟ ਹੋਏਗਾ। ਪਰ ਤਾਂ ਹੀ ਜੇ ਆਪਾਂ ਇਹ ਸ਼ਿੰਗਾਰ ਕਰਾਂਗੇ, ਜਿਹੜਾ ਸਹਿਜ ਦਾ ਸ਼ਿੰਗਾਰ ਹੈ, ਜਿੱਥੇ ਸਾਡਾ ਆਪਾ ਖਤਮ ਹੋਣਾ ਹੈ, ਜਿੱਥੇ ਸਾਡਾ ਇੱਥੇ ਜੋਤ ਪ੍ਰਗਟ ਹੋ ਜਾਣੀ, ਪ੍ਰਕਾਸ਼ ਰੂਪ ਹੋ ਜਾਣਾ ਹੈ, ਇਹ ਰੂਪ ਖਤਮ ਹੋ ਜਾਣਾ, ਪ੍ਰਕਾਸ਼ ਰੂਪ ਜੋਤ ਸਰੂਪ ਹੋ ਜਾਣਾ ਹੈ ਅਸੀਂ। ਸੋ ਆਓ ਇੰਨੀ ਕੁ ਵਿਚਾਰ ਕਰਦੇ ਹਾਂ। ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।